विद्यार्थी दोस्तों, मैं कुलदीप सिंह पंजाबी ਲੈਕਚਰਰ एक बार फिर तो हाजिर हाँ ਤੁਹਾਡੇ ਲਈ ਇੱਕ ਨਵਾਂ ਅਧਿਐਨ ਬਿੰਦੂ ਲੈ ਕੇ। ਇਸ ਤੋਂ ਪਹਿਲਾਂ ਅਸੀਂ ਕਿਰਿਆ ਦੇ ਬਾਰੇ ਪੜ੍ਹ ਚੁੱਕੇ ਹਾਂ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਕਿਰਿਆ ਵਿਸ਼ੇਸ਼ਣ ਦੇ ਬਾਰੇ। ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ, ਉਸ ਦੇ ਭੇਦ ਤੇ ਅਖੀਰ ਦੇ ਵਿੱਚ ਅਸੀਂ ਉਦਾਹਰਨਾਂ ਦੇ ਰਾਹੀਂ ਜਾਣਾਂਗੇ ਕਿ ਅਸੀਂ ਇਸ ਬਿੰਦੂ ਤੋਂ ਕਿੰਨਾ ਸਿੱਖ ਪਾਏ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਵਧਦੇ ਹਾਂ ਪਰਿਭਾਸ਼ਾ ਵੱਲ। ਕਿਰਿਆ ਵਿਸ਼ੇਸ਼ਣ ਕਹਿੰਦੇ ਕਿਸ ਨੂੰ ਹਨ? ਕਿਰਿਆ ਦੇ ਬਾਰੇ ਤੁਸੀਂ ਜਾਣ ਚੁੱਕੇ ਹੋ। ਤਾਂ ਕਿਰਿਆ ਦਾ ਸੰਬੰਧ ਹੈ ਜਿਹੜਾ ਉਹ ਸਮੇਂ ਦੇ ਨਾਲ, ਸਥਾਨ ਦੇ ਨਾਲ, ਉਸ ਨੂੰ ਕਰਨ ਦੇ ਢੰਗ ਦੇ ਨਾਲ, ਉਸ ਨੂੰ ਕਰਨ ਦੀ ਵਾਰੀ, ਸੰਖਿਆ ਦੇ ਅਨੁਸਾਰ, ਉਸ ਦੇ ਹਾਂ ਜਾਂ ਨਹੀਂ ਦੇ ਨਿਰਣੇ ਦੇ ਰੂਪ ਦੇ ਵਿੱਚ, ਨਿਸ਼ਚੇ ਦੇ ਰੂਪ ਦੇ ਵਿੱਚ ਕਈ ਤਰੀਕੇ ਨਾਲ ਉਸ ਦੀ ਵਿਸ਼ੇਸ਼ਤਾ ਦੱਸੀ ਜਾ ਸਕਦੀ ਹੈ। ਕਿਰਿਆ ਦਾ ਸੰਬੰਧ ਇਹਨਾਂ ਸ਼ਬਦਾਂ ਦੇ ਨਾਲ ਹੁੰਦਾ ਹੈ। ਤਾਂ ਜੋ ਸ਼ਬਦ ਕਿਰਿਆ ਦੀ ਇਸ ਪ੍ਰਕਾਰ ਦੀ ਵਿਸ਼ੇਸ਼ਤਾ ਦੱਸਦੇ ਹਨ, ਉਹ ਸਮੇਂ ਦੇ ਆਧਾਰਿਤ ਹੋ ਸਕਦੀ ਹੈ। ਉਸ ਦੇ ਹੋਣ ਦਾ ਸਮਾਂ ਕੀ ਹੈ, ਉਸ ਦਾ ਹੋਣ ਦਾ ਸਥਾਨ ਕਿਹੜਾ ਹੈ, ਉਸ ਦੇ ਹੋਣ ਦੀ ਵਾਰੀ ਕਿੰਨੀ ਹੈ, ਉਸ ਦੇ ਹੋਣ ਦਾ ਢੰਗ ਕਿਹੜਾ ਹੈ, ਉਹਨਾਂ ਸ਼ਬਦਾਂ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਦੱਸਦਾ ਹੈ, ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਇਸ ਦੇ ਆਧਾਰ 'ਤੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀ ਅਸੀਂ ਪਛਾਣ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਕਿਉਂਕਿ ਕਿਰਿਆ ਦੇ ਬਾਰੇ ਪੜ੍ਹ ਚੁੱਕੇ ਹੋ ਤਾਂ ਤੁਹਾਨੂੰ ਕਿਰਿਆ ਸ਼ਬਦ ਪਛਾਣਨੇ ਹੈ। ਜਿਵੇਂ ਪਹਿਲਾ ਵਾਕ ਲੈਂਦੇ ਆਪਾਂ, ਰਾਜੂ ਨੇ ਬੂਹਾ ਖੋਲ੍ਹਿਆ। ਤਾਂ ਹੁਣ ਤੁਸੀਂ ਜਾਣਦੇ ਹੋ ਕਿ ਖੋਲ੍ਹਿਆ ਜੋ ਹੈ ਇਸ ਸ਼ਬਦ, ਇਸ ਵਾਕ ਦੇ ਵਿੱਚ ਕਿਰਿਆ ਹੈ। ਇਸ ਕਿਰਿਆ ਦੇ ਹੋਣ ਦਾ ਜਿਹੜਾ ਹੈ ਢੰਗ ਕੀ ਹੈ? ਹੌਲੀ ਜਿਹੀ। ਇਹ ਉਸ ਨੂੰ ਹੋਣ ਦਾ ਜਿਹੜਾ ਢੰਗ ਹੈ, ਪ੍ਰਕਾਰ ਹੈ, ਤਰੀਕਾ ਹੈ, ਉਸ ਦੇ ਆਧਾਰ 'ਤੇ ਵਿਸ਼ੇਸ਼ਤਾ ਦੱਸ ਰਿਹਾ ਹੈ, ਹੌਲੀ ਜਿਹੀ। ਹੋਰ ਉਦਾਹਰਨ ਦੇਖਦੇ ਹਾਂ। ਉਹ ਅੰਦਰ ਗਿਆ। ਗਿਆ ਕਿਰਿਆ ਹੈ, ਕਿਉਂਕਿ ਤੁਸੀਂ ਕਿਰਿਆ ਦੇ ਬਾਰੇ ਸਿੱਖ ਚੁੱਕੇ ਹੋ ਤਾਂ ਕਿਰਿਆ ਦੀ ਪਛਾਣ ਕਰਨੀ ਤੁਹਾਨੂੰ ਆ ਗਈ ਹੈ। ਦੂਜਾ ਵਾਕ ਹੈ, ਉਹ ਕਾਹਲੀ ਨਾਲ ਅੰਦਰ ਗਿਆ। ਅੰਦਰ ਜਾਣ ਦਾ ਢੰਗ, ਤਰੀਕਾ ਹੈ ਜਿਹੜਾ ਉਹ ਕਾਹਲੀ ਨਾਲ। ਤਾਂ ਇਹ ਕਾਹਲੀ ਨਾਲ ਤੇ ਉੱਪਰ ਜੋ ਸੀਗਾ ਹੌਲੀ ਜਿਹੀ, ਇਹ ਕਿਰਿਆ ਦੇ ਹੋਣ ਦਾ ਢੰਗ ਦੱਸ ਰਹੇ ਹਨ। ਹੋਰ ਉਦਾਹਰਨ ਵੇਖਦੇ ਹਾਂ। ਸੀਤਾ ਗਾਉਂਦੀ ਹੈ। ਤਾਂ ਤੁਸੀਂ ਨਾਮ ਦੀ ਵੀ ਪਛਾਣ ਕਰਨੀ ਸਿੱਖ ਚੁੱਕੇ ਹੋ ਹੁਣ ਤੱਕ। ਸੀਤਾ ਇਸ ਦੇ ਵਿੱਚ ਨਾਮ ਹੈ, ਗਾਉਂਦੀ ਕਿਰਿਆ ਹੈ। ਤਾਂ ਹੁਣ ਇਸੇ ਵਾਕ ਨੂੰ ਆਪਾਂ ਹੋਰ ਤਰੀਕੇ ਨਾਲ ਲਿਖਿਆ ਹੈ ਇੱਥੇ। ਸੀਤਾ ਬਹੁਤ ਸੁਰੀਲਾ ਗਾਉਂਦੀ ਹੈ। ਗਾਉਂਦੀ ਕਿਰਿਆ ਤੇ ਗਾਉਣ ਦਾ ਤਰੀਕਾ ਕੀ ਹੈ? ਸੁਰੀਲਾ ਹੈ। ਤਾਂ ਇਹ ਵੀ ਇਸ ਦਾ ਹੋਣ ਦਾ ਢੰਗ ਦੱਸ ਰਿਹਾ ਹੈ। ਤਾਂ ਇਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਕਿਸੇ ਆਧਾਰ 'ਤੇ ਦੱਸਦੇ ਹਨ, ਉਹਨਾਂ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਇਹਨਾਂ ਦੇ ਵਾਕਾਂ ਦੇ ਵਿੱਚ ਹੌਲੀ ਜਿਹੀ, ਕਾਹਲੀ ਨਾਲ, ਸੁਰੀਲਾ, ਇਹ ਸਾਰੇ ਦੇ ਸਾਰੇ ਕਿਰਿਆ ਵਿਸ਼ੇਸ਼ਣ ਹਨ। ਹੁਣ ਅਸੀਂ ਭੇਦਾਂ ਦੇ ਵੱਲ ਵਧਦੇ ਹਾਂ ਕਿ ਕਿਰਿਆ ਵਿਸ਼ੇਸ਼ਣ ਹੈ ਜਿਹੜੇ ਉਸਦੇ ਭੇਦ ਕਿੰਨੇ ਹੁੰਦੇ ਹਨ। ਤਾਂ ਸਾਡੇ ਕੋਲ ਦਿਖਾਈ ਦੇ ਰਹੇ ਹਨ 8 ਭੇਦ। ਪਹਿਲਾ ਜੋ ਭੇਦ ਹੈ ਉਹ ਕਾਲਵਾਚਕ ਹੈ, ਯਾਨੀ ਕਿ ਕਿਰਿਆ ਦੀ ਵਿਸ਼ੇਸ਼ਤਾ ਹੈ ਜਿਹੜੀ ਉਹ ਕਾਲ ਦੇ ਆਧਾਰ 'ਤੇ, ਸਮੇਂ ਦੇ ਆਧਾਰ 'ਤੇ ਜਦੋਂ ਦੱਸੀ ਜਾਂਦੀ ਹੈ ਤਾਂ ਅਸੀਂ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਇਸੇ ਤਰੀਕੇ ਨਾਲ ਦੂਜਾ ਭੇਦ ਹੈ ਸਥਾਨਵਾਚਕ। ਜਦੋਂ ਕਿਰਿਆ ਦੀ ਵਿਸ਼ੇਸ਼ਤਾ ਸਥਾਨ ਦੇ ਆਧਾਰ 'ਤੇ, ਉਸ ਨੂੰ ਹੋਣ ਦਾ ਸਥਾਨ ਕਿਹੜਾ ਹੈ, ਉਸ ਦੇ ਆਧਾਰ 'ਤੇ ਦੱਸੀ ਜਾਂਦੀ ਹੈ ਤਾਂ ਉਸ ਨੂੰ ਅਸੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਦੋਂ ਸ਼ਬਦ ਕਿਰਿਆ ਦੇ ਹੋਣ ਦਾ ਢੰਗ, ਤਰੀਕਾ ਜਾਂ ਪ੍ਰਕਾਰ ਦੱਸਦੇ ਹਨ, ਉਹਨਾਂ ਨੂੰ ਅਸੀਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਕਿਰਿਆ ਦੇ ਹੋਣ ਦਾ ਕਾਰਨ, ਹੋਣਾ ਜਾਂ ਨਹੀਂ ਹੋਣਾ, ਨਹੀਂ ਹੋਣ ਦਾ ਕਾਰਨ, ਉਹ ਹੁੰਦੇ ਹਨ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਤੇ ਕਿਰਿਆ ਦੇ ਹੋਣ ਦੀ ਮਾਤਰਾ ਕਿੰਨੀ ਹੈ, ਉਸ ਦੀ ਮਾਤਰਾ ਘੱਟ ਜਾਂ ਵੱਧ, ਉਸ ਦਾ ਮਿਕਦਾਰ ਕਿੰਨਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਕਿਰਿਆ ਦੇ ਹੋਣ ਦੀ ਵਾਰੀ, ਉਸ ਦੀ ਗਿਣਤੀ ਕੀ ਹੈ, ਉਹ ਕਿੰਨੇ ਵਾਰ ਉਸ ਦਾ ਦੁਹਰਾ ਹੋ ਰਿਹਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਸੰਖਿਆਵਾਚਕ ਵਿਸ਼ੇਸ਼ਣ। ਤੇ ਨਿਰਣਾਵਾਚਕ ਵਿਸ਼ੇਸ਼ਣ ਹੁੰਦੇ ਹਨ 7ਵਾਂ ਭੇਦ ਇਸ ਦਾ। ਨਿਰਣਾ ਤੋਂ ਭਾਵ ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੋ ਡਿਸੀਜਨ, ਹਿੰਦੀ ਦੇ ਵਿੱਚ ਕਹਿੰਦੇ ਹੋ ਨਿਰਣੈ। ਉਹਦਾ ਨਿਰਣੈ ਕੀ ਹੈ, ਹਾਂ ਜਾਂ ਨਹੀਂ ਦੇ ਵਿੱਚ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਨਿਰਣਾਵਾਚਕ। ਤੇ ਆਖਰੀ ਹੈ ਨਿਸ਼ਚੇਵਾਚਕ ਵਿਸ਼ੇਸ਼ਣ। ਉਸ ਦੇ ਹੋਣ ਦੀ ਪਕਿਆਈ, ਉਸ ਦੇ ਹੋਣ ਦੀ ਤਾਕੀਦ, ਉਸ ਨੂੰ ਅਸੀਂ ਕਹਿੰਦੇ ਹਾਂ ਨਿਸ਼ਚੇਵਾਚਕ ਵਿਸ਼ੇਸ਼ਣ। ਤਾਂ ਹੁਣ ਅਸੀਂ ਹਰੇਕ ਭੇਦ ਦੇ ਬਾਰੇ ਇੱਕ ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਬਾਰੇ ਪੜ੍ਹਾਂਗੇ। ਕਾਲਵਾਚਕ ਨੂੰ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਵੀ ਕਹਿ ਲਿਆ ਜਾਂਦਾ ਹੈ। ਇਹ ਇਸ ਦਾ ਦੂਜਾ ਨਾਮ ਹੈ। ਹੁਣ ਇਹ ਵਿਸ਼ੇਸ਼ਣ ਹੁੰਦੇ ਹਨ ਜੋ ਕਾਲਵਾਚਕ, ਉਹ ਵਿਸ਼ੇਸ਼ਤਾ ਕਿਹੜੇ ਆਧਾਰ 'ਤੇ ਦੱਸਦੇ ਹਨ? ਸਮੇਂ ਦੇ ਆਧਾਰ 'ਤੇ ਦੱਸਦੇ ਹਨ। ਉਹ ਸਮਾਂ ਇੱਕ ਨਿਸ਼ਚਿਤ ਬਿੰਦੂ ਵੀ ਹੋ ਸਕਦਾ ਹੈ। ਨਿਸ਼ਚਿਤ ਬਿੰਦੂ ਜਿਵੇਂ ਘੜੀ ਦਾ ਟਾਈਮ,
ਕੈਲੰਡਰ ਦੀ ਕੋਈ ਤਰੀਕ ਹੋ ਸਕਦੀ ਹੈ, ਦਿਨ ਵਾਰ ਮਹੀਨਾ ਸਨ, ਜਾਂ ਸਮੇਂ ਦੇ ਨਾਲ ਸੰਬੰਧਿਤ ਹੋਰ ਸ਼ਬਦ ਜਿਵੇਂ ਅੱਜ, ਕੱਲ੍ਹ, ਪਰਸੋਂ। ਇਹੋ ਜਿਹੇ ਸਾਰੇ ਸ਼ਬਦ ਜੋ ਸਮੇਂ ਦੇ ਨਾਲ ਸੰਬੰਧਿਤ ਹੁੰਦੇ ਹਨ ਉਹਨਾਂ ਨੂੰ ਅਸੀਂ ਕਾਲਵਾਚਕ ਜਾਂ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਰੱਖਦੇ ਹਾਂ। ਹੋਰ ਕਿਹੜੇ ਕਿਹੜੇ ਸ਼ਬਦ ਆ ਜਾਂਦੇ ਹਨ ਇਸ ਦੇ ਵਿੱਚ? ਹੁਣੇ, ਭਲਕੇ, ਰਾਤੋਂ ਰਾਤ, ਹਰ ਰੋਜ਼, ਕਦੇ ਕਦਾਈ, ਕੋਈ ਦਿਨ, ਕੋਈ ਮਹੀਨਾ, ਕੋਈ ਸਾਲ। ਮਹੀਨਾ ਜਿਵੇਂ ਜੁਲਾਈ ਕਹਿ ਲਈਏ ਅਸੀਂ, ਸਾਲ ਕੋਈ ਵੀ ਅਸੀਂ ਲੈ ਲਈਏ ਜਿਵੇਂ ਹੁਣ 2022 ਚੱਲ ਰਿਹਾ ਹੈ, ਤਾਂ ਇਹ ਸਮੇਂ ਦੇ ਆਧਾਰ ਤੇ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਹਨ। ਵਾਕ ਦੇ ਵਿੱਚ ਕਿਵੇਂ ਪ੍ਰਯੋਗ ਹੁੰਦੇ ਹਨ? ਪਹਿਲਾ ਉਦਾਹਰਨ, ਮੈਂ ਪਿੰਡ ਕੱਲ੍ਹ ਜਾਵਾਂਗਾ। ਜਾਵਾਂਗਾ ਕਿਰਿਆ ਹੈ, ਇੱਥੇ ਕਿਰਿਆ ਦੀ ਪਛਾਣ ਕਰਨੀ ਤੁਸੀਂ ਸਿੱਖ ਚੁੱਕੇ ਹੋ। ਤੇ ਸਮਾਂ ਕੀ ਦੱਸਿਆ ਜਾ ਰਿਹਾ ਹੈ ਜਾਣ ਦਾ? ਜਾਵਾਂਗਾ ਸ਼ਬਦ ਕੱਲ੍ਹ। ਤਾਂ ਕੱਲ੍ਹ ਸ਼ਬਦ ਹੈ ਜਿਹੜਾ ਉਹ ਇਸ ਕਿਰਿਆ ਦੀ ਕਾਲ ਦੇ ਆਧਾਰ ਤੇ, ਸਮੇਂ ਦੇ ਆਧਾਰ ਤੇ ਵਿਸ਼ੇਸ਼ਤਾ ਦੱਸ ਰਿਹਾ ਹੈ। ਤਾਂ ਕੱਲ੍ਹ ਸ਼ਬਦ ਜੋ ਇੱਥੇ ਆਇਆ ਹੈ ਉਸ ਕਾਲਵਾਚਕ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਹੈ। ਦੂਜਾ ਉਦਾਹਰਨ, ਉਹ ਇੱਥੋਂ ਕਦੋਂ ਗਿਆ ਹੈ। ਕਦੋਂ ਦਾ ਸੰਬੰਧ ਹੈ ਜਿਹੜਾ ਉਹ ਸਮੇਂ ਦੇ ਨਾਲ ਹੈ, ਤਾਂ ਇਹ ਵੀ ਸਮਾਂ ਸੂਚਕ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ। ਉਹ ਹਰ ਵੇਲੇ ਟੈਲੀਵਿਜ਼ਨ ਵੇਖਦਾ ਰਹਿੰਦਾ ਹੈ। ਹਰ ਵੇਲੇ, ਵੇਲਾ ਤਾਂ ਜੁੜਿਆ ਹੋਈ ਸਮੇਂ ਦੇ ਨਾਲ ਸ਼ਬਦ ਹੈ, ਤਾਂ ਇਹ ਵੇਖਦਾ ਰਹਿੰਦਾ ਕਿਰਿਆ ਤੇ ਹਰ ਵੇਲੇ ਉਸ ਦੀ ਵਿਸ਼ੇਸ਼ਤਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਇਹ ਉਦਾਹਰਨ ਹੋ ਗਏ। ਦੂਜੇ ਭੇਦ ਵੱਲ ਵਧਦੇ ਹਾਂ, ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਦੋਂ ਕਿਰਿਆ ਦੇ ਹੋਣ ਦੀ ਥਾਂ ਦੇ ਆਧਾਰ ਤੇ ਵਿਸ਼ੇਸ਼ਤਾ ਦੱਸੀ ਜਾਵੇ। ਜਿਹੜਾ ਸ਼ਬਦ ਕਿਰਿਆ ਦੇ ਹੋਣ ਦੀ ਥਾਂ ਬਾਰੇ ਸਾਨੂੰ ਸੂਚਨਾ ਦਿੰਦਾ ਹੈ ਉਸ ਨੂੰ ਅਸੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਕਿਉਂਕਿ ਕੋਈ ਵੀ ਕਿਰਿਆ ਜਦੋਂ ਵਾਪਰਦੀ ਹੈ ਤਾਂ ਉਹ ਕਿਸੇ ਸਥਾਨ ਵਿਸ਼ੇਸ਼ ਦੇ ਨਾਲ ਜੁੜੀ ਹੋਈ ਹੁੰਦੀ ਹੈ, ਤਾਂ ਉਸ ਦੇ ਆਧਾਰ ਤੇ ਹੀ ਇਹ ਵਿਸ਼ੇਸ਼ਣ ਦਾ ਭੇਦ ਗਿਣਿਆ ਜਾਂਦਾ ਹੈ। ਉਹ ਥਾਂ ਕਿਹੜੇ ਹੋ ਸਕਦੇ ਹਨ? ਜਿਵੇਂ ਕਿਰਿਆ ਦੇ ਹੋਣ ਦਾ ਥਾਂ ਘਰ ਹੋ ਸਕਦਾ ਹੈ, ਬਾਜ਼ਾਰ ਹੋ ਸਕਦਾ ਹੈ, ਅੱਗੇ ਪਿੱਛੇ, ਸਾਹਮਣੇ, ਸੱਜਿਓਂ ਖੱਬਿਓਂ, ਇੱਥੇ ਉੱਥੇ, ਅੰਦਰ ਬਾਹਰ। ਇਹ ਸਾਰੇ ਸ਼ਬਦ ਸਥਾਨ ਦੇ ਆਧਾਰ ਤੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ। ਇਹਨਾਂ ਨੂੰ ਅਸੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਪਹਿਲਾ ਉਦਾਹਰਨ ਅਸੀਂ ਲੈਂਦੇ ਹਾਂ, ਅਸੀਂ ਗੰਗਾ ਨਗਰ ਰਹਿੰਦੇ ਹਾਂ। ਰਹਿੰਦੇ ਹਾਂ ਕਿਰਿਆ ਤੇ ਕਿਰਿਆ ਦੇ ਹੋਣ ਦੀ ਥਾਂ ਗੰਗਾ ਨਗਰ। ਗੰਗਾ ਨਗਰ ਸ਼ਬਦ ਇੱਥੇ ਸਥਾਨ ਸੂਚਕ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ ਆਇਆ ਹੈ। ਮਾਨਵਜੀਤ ਅੰਦਰ ਬੈਠਾ ਟੀਵੀ ਦੇਖ ਰਿਹਾ ਹੈ। ਦੇਖਣਾ ਕਿਰਿਆ ਤੇ ਕਿਰਿਆ ਦੇ ਹੋਣ ਦੀ ਥਾਂ ਕਿਹੜੀ ਹੈ? ਅੰਦਰ। ਤਾਂ ਅੰਦਰ ਸ਼ਬਦ ਇੱਥੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦਾ ਰੋਲ ਅਦਾ ਕਰ ਰਿਹਾ ਹੈ। ਬੱਚੇ ਬਾਹਰ ਖੇਡ ਰਹੇ ਹਨ। ਖੇਡਣਾ ਕਿਰਿਆ ਤੇ ਕਿਰਿਆ ਦੇ ਹੋਣ ਦੀ ਥਾਂ ਬਾਹਰ। ਤਾਂ ਬਾਹਰ ਕਿਹੜਾ ਸ਼ਬਦ ਹੈ? ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਤੀਜਾ ਭੇਦ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਪ੍ਰਕਾਰ ਦਾ ਮਤਲਬ ਕਿਰਿਆ ਦੇ ਹੋਣ ਦਾ ਢੰਗ, ਉਸ ਨੂੰ ਕਿਰਿਆ ਨੂੰ ਕਰਨ ਦਾ ਢੰਗ ਕਿਹੜਾ ਹੈ, ਤਰੀਕਾ। ਜਦੋਂ ਇਸ ਆਧਾਰ ਤੇ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਇਸ ਨੂੰ ਦੂਜਾ ਨਾਮ ਵਿਧੀ ਸੂਚਕ ਕਿਰਿਆ ਵਿਸ਼ੇਸ਼ਣ ਵੀ ਕਹਿ ਲਿਆ ਜਾਂਦਾ ਹੈ। ਕਈ ਕਿਤਾਬਾਂ ਦੇ ਵਿੱਚ ਵਿਧੀ ਸੂਚਕ ਕਿਰਿਆ ਵਿਸ਼ੇਸ਼ਣ ਵੀ ਲਿਖਿਆ ਤੁਹਾਨੂੰ ਮਿਲ ਜਾਵੇਗਾ। ਤਾਂ ਇਹ ਐਸੇ ਦਾ ਹੀ ਨਾਮ ਹੈ, ਇਹਦੇ ਵਿੱਚ ਤੁਸੀਂ ਕੋਈ ਭ੍ਰਾਂਤੀ ਨਹੀਂ ਰੱਖਣੀ। ਜਿਵੇਂ ਆਪਾਂ ਉਦਾਹਰਨ ਲੈਂਦੇ ਹਾਂ ਕਿ ਕਿਹੜੇ ਸ਼ਬਦ ਆ ਜਾਂਦੇ ਹਨ ਇਹਦੇ ਵਿੱਚ, ਹੌਲੀ, ਛੇਤੀ, ਇਉਂ, ਉਸ ਤਰ੍ਹਾਂ, ਇਸ ਤਰ੍ਹਾਂ ਆਦਿ ਸ਼ਬਦ ਹੈ ਜਿਹੜੇ ਉਹ ਕਿਰਿਆ ਦੇ ਹੋਣ ਦਾ ਢੰਗ, ਤਰੀਕਾ, ਪ੍ਰਕਾਰ ਦੱਸਦੇ ਹਨ। ਇਸੇ ਆਧਾਰ ਤੇ ਇਹ ਵਿਸ਼ੇਸ਼ਤਾ ਬਣਦੀ ਹੈ। ਉਦਾਹਰਨ ਲੈ ਲੈਂਦੇ ਹਾਂ, ਉਹ ਬਹੁਤ ਹੌਲੀ ਹੌਲੀ ਤੁਰ ਰਿਹਾ ਸੀ। ਤੁਰਨਾ ਕਿਰਿਆ ਤੇ ਤੁਰਨ ਦਾ ਤਰੀਕਾ ਕੀ ਹੈ? ਹੌਲੀ ਹੌਲੀ। ਤਾਂ ਹੌਲੀ ਹੌਲੀ ਇੱਥੇ ਕਿਹੜੇ ਪ੍ਰਕਾਰ ਦੇ ਵਿੱਚ ਆਇਆ ਹੈ? ਪ੍ਰਕਾਰਵਾਚਕ ਵਿਧੀ ਸੂਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ। ਦੂਜਾ ਉਦਾਹਰਨ, ਰੀਤੂ ਬਹੁਤ ਤੇਜ਼ ਲਿਖਦੀ ਹੈ। ਲਿਖਣਾ ਕਿਰਿਆ ਤੇ ਕਿਰਿਆ ਦਾ ਤਰੀਕਾ ਕੀ ਹੈ, ਢੰਗ ਕੀ ਹੈ? ਤੇਜ਼। ਲਿਖਣ ਦੀ ਗਤੀ ਹੈ ਜਿਹੜੀ ਤੇਜ਼ ਹੈ, ਤਾਂ ਤੇਜ਼ ਇੱਥੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆਇਆ ਹੈ। ਹਰਸ਼ਦੀਪ ਬਹੁਤ ਸੋਹਣਾ ਲਿਖਦੀ ਹੈ। ਲਿਖਣਾ ਕਿਰਿਆ ਤੇ ਕਿਰਿਆ ਦੇ ਹੋਣ ਦਾ ਢੰਗ, ਤਰੀਕਾ ਕੀ ਹੈ? ਸੋਹਣਾ। ਇਹ ਵੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦਾ ਉਦਾਹਰਨ ਹੈ। ਜੈਸਮੀਨ ਬਹੁਤ ਕਾਹਲੀ ਕਰਦੀ ਹੈ। ਕਰਦੀ ਕਿਰਿਆ ਤੇ ਬਹੁਤ ਕਾਹਲੀ, ਇਹ ਹੋ ਗਿਆ ਉਸਦਾ ਪ੍ਰਕਾਰ, ਢੰਗ, ਤਰੀਕਾ।
ਅਗਲੇ ਭੇਦ ਵੱਲ ਵਧਦੇ ਹਾਂ। ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਤਾਂ ਤੁਸੀਂ ਜਾਣਦੇ ਹੋ ਕਿ ਹਰੇਕ ਕੰਮ ਨੂੰ ਕਰਨ ਜਾਂ ਨਾ ਕਰਨ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਤਾਂ ਉਸੇ ਆਧਾਰ ਤੇ ਇਹ ਭੇਦ ਗਿਣਿਆ ਜਾਂਦਾ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਪਤਾ ਲੱਗਦਾ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਸ਼ਬਦ ਕਿਹੜੇ ਆ ਜਾਂਦੇ ਹਨ ਇਹਦੇ ਵਿੱਚ? ਇਸ ਲਈ, ਕਿਉਂਕਿ, ਤਦੇ, ਤਾਂ ਹੀ, ਇਸ ਵਾਸਤੇ। ਉਦਾਹਰਨ ਲੈਂਦੇ ਹਾਂ, ਉਹ ਬਿਮਾਰ ਸੀ ਇਸ ਲਈ ਅੱਜ ਸਕੂਲ ਨਹੀਂ ਆਇਆ। ਸਕੂਲ ਨਾ ਆਉਣ ਦਾ ਕਾਰਨ, ਜਿਵੇਂ ਗੁਰੂ ਜੀ ਤੁਹਾਨੂੰ ਪੁੱਛਦੇ ਆ ਕਿ ਕੱਲ ਸਕੂਲ ਕਿਉਂ ਨਹੀਂ ਆਇਆ, ਤੁਸੀਂ ਕਾਰਨ ਦੱਸਦੇ ਹੋ ਕਿ ਗੁਰੂ ਜੀ ਮੈਂ ਬਿਮਾਰ ਸੀ। ਉਹ ਬਿਮਾਰ ਸੀ ਇਸ ਲਈ, ਇਹ ਸ਼ਬਦ ਇਸ ਦਾ ਕਾਰਨ ਦੱਸ ਰਿਹਾ ਹੈ, ਇਸ ਲਈ ਅੱਜ ਉਹ ਸਕੂਲ ਨਹੀਂ ਆਇਆ। ਮੈਂ ਹਰ ਰੋਜ਼ ਪੜ੍ਹਦਾ ਹਾਂ ਕਿਉਂਕਿ, ਕਿਉਂ ਪੜ੍ਹਦਾ ਹੈ? ਮੈਂ ਪਹਿਲਾ ਸਥਾਨ ਪ੍ਰਾਪਤ ਕਰਨਾ ਹੈ। ਤਾਂ ਨਿਸ਼ਚਿਤ ਰੂਪ ਤੋਂ ਤੁਸੀਂ ਵੀ ਪੜ੍ਹਦੇ ਹੋਵੋਗੇ, ਤੁਸੀਂ ਵੀ ਪਹਿਲਾ ਸਥਾਨ ਪ੍ਰਾਪਤ ਕਰਨਾ ਹੈ, ਤਾਂ ਉਹਦੇ ਲਈ ਸਾਨੂੰ ਰੋਜ਼ਾਨਾ ਪੜ੍ਹਨਾ ਪੈਂਦਾ ਹੈ, ਰੋਜ਼ਾਨਾ ਅਭਿਆਸ ਕਰਨਾ ਹੈ। ਉਹ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ? ਕਾਰਨ ਕਿਵੇਂ ਕਰ ਸਕਦਾ ਹੈ? ਤਾਂ ਇਸ ਤਰ੍ਹਾਂ ਜਿਹੜਾ ਸ਼ਬਦ ਹੈ ਇਸ ਦੇ ਵਿੱਚ ਉਹ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਅਗਲੇ ਭੇਦ ਵੱਲ ਵਧਦੇ ਹਾਂ। ਪਰਿਮਾਣਵਾਚਕ। ਪਰਿਮਾਣ ਦਾ ਅਰਥ ਹੁੰਦਾ ਹੈ ਮਾਤਰਾ ਕਿੰਨੀ ਹੈ, ਉਸਦੇ ਹੋਣ ਦੀ ਮਾਤਰਾ, ਮਿਕਦਾਰ ਜਾਂ ਪਰਿਮਾਣ ਕਿੰਨਾ ਹੈ। ਉਹ ਥੋੜਾ, ਬਹੁਤ, ਇੰਨਾ, ਜਿੰਨਾ, ਰਤਕ, ਭਾਵ ਥੋੜਾ ਜਿਹਾ ਹੋ ਸਕਦਾ ਹੈ। ਕਿਵੇਂ? ਉਦਾਹਰਨਾਂ ਦੇ ਰਾਹੀਂ ਸਮਝਦੇ ਹਾਂ। ਉਹ ਬਹੁਤ ਘੱਟ ਬੋਲਦਾ ਹੈ। ਬੋਲਣਾ ਕਿਰਿਆ ਤੇ ਬੋਲਣ ਦੀ ਮਾਤਰਾ ਕਿੰਨੀ ਹੈ? ਘੱਟ। ਮਿਕਦਾਰ, ਪਰਿਮਾਣ ਕਿੰਨਾ ਹੈ? ਘੱਟ। ਹੋਰ ਉਦਾਹਰਨ ਲੈਂਦੇ ਹਾਂ। ਸੰਦੀਪ ਬਹੁਤ ਪੜ੍ਹਦਾ ਹੈ। ਪੜ੍ਹਨਾ ਕਿਰਿਆ ਤੇ ਉਸ ਦੀ ਮਾਤਰਾ ਬਹੁਤ। ਤਾਂ ਜੋ ਪਰਿਮਾਣ ਦੱਸਦੇ ਹਨ ਸ਼ਬਦ, ਮਾਤਰਾ ਦੱਸਦੇ ਹਨ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਸਹਿਜਪਾਲ ਸਕੂਲ ਘੱਟ ਆਉਂਦਾ ਹੈ। ਆਉਣਾ ਕਿਰਿਆ ਤੇ ਘੱਟ ਉਸ ਦੀ ਮਾਤਰਾ, ਇਹ ਹੋ ਗਿਆ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਅਗਲੇ ਭੇਦ ਵੱਲ ਵਧਦੇ ਹਾਂ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਕਿਰਿਆ ਦੇ ਹੋਣ ਦੀ ਸੰਖਿਆ, ਗਿਣਤੀ, ਉਸ ਦਾ ਦੁਹਰਾ ਕਿੰਨਾ ਹੈ, ਕਿੰਨੇ ਵਾਰ ਹੋ ਰਹੀ ਹੈ, ਉਸ ਦੀ ਗਿਣਤੀ ਕਿੰਨੀ ਹੈ। ਜਿਵੇਂ ਕੋਈ ਕਿਰਿਆ ਬਾਰ-ਬਾਰ ਹੁੰਦੀ ਹੈ, ਅਨੇਕ ਵਾਰ ਹੁੰਦੀ ਹੈ, 2 ਵਾਰ ਹੁੰਦੀ ਹੈ, 4 ਵਾਰ ਹੁੰਦੀ ਹੈ, ਉਸ ਦੇ ਆਧਾਰ ਤੇ ਅਸੀਂ ਉਸ ਦੀ ਸੰਖਿਆ ਗਿਣਦੇ ਹਾਂ ਕਿ ਕਿਰਿਆ ਦੇ ਹੋਣ ਦੀ ਗਿਣਤੀ ਕਿੰਨੀ ਹੈ, ਉਸ ਦਾ ਦੁਹਰਾ ਕਿੰਨਾ ਹੈ। ਉਹਨੂੰ ਕਹਿੰਦੇ ਹਾਂ ਅਸੀਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਸ਼ਬਦ ਕਿਹੜੇ ਆ ਜਾਂਦੇ ਹਨ? ਘੜੀ ਮੁੜੀ। ਘੜੀ ਮੁੜੀ ਤੋਂ ਭਾਵ ਹੈ ਕਿ ਘੜੀ ਦੇ ਮੁੜਨ ਦੇ ਨਾਲ ਹੀ ਉਸ ਕਿਰਿਆ ਦਾ ਹੋਣਾ। ਇਸੇ ਤਰੀਕੇ ਨਾਲ ਦੁਬਾਰਾ, ਜਿਵੇਂ ਗੁਰੂ ਜੀ ਤੁਹਾਨੂੰ ਕਹਿ ਦਿੰਦੇ ਆ ਕਿ ਦੁਬਾਰਾ ਲਿਖੋ, ਇਹ ਸਾਫ਼ ਨਹੀਂ ਲਿਖਿਆ ਹੋਇਆ, ਤਾਂ ਤੁਸੀਂ ਪਹਿਲਾਂ ਦਾ ਜੋ ਲਿਖਿਆ ਹੋਇਆ ਸੀ ਉਸ ਨੂੰ ਮੁੜ ਤੋਂ ਲਿਖਦੇ ਹੋ, ਦੁਬਾਰਾ ਲਿਖਦੇ ਹੋ। ਕਈ ਵਾਰ, ਪਾਸ ਹੋਣ ਦੇ ਲਈ ਤੁਸੀਂ ਪ੍ਰਸ਼ਨਾਂ ਦਾ ਬਾਰ-ਬਾਰ, ਕਈ ਵਾਰ ਅਭਿਆਸ ਕਰਦੇ ਹੋ। ਇੱਕ ਵਾਰ, ਅਨੇਕ ਵਾਰ, ਇਸ ਪ੍ਰਕਾਰ ਦੇ ਸ਼ਬਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਹਨ। ਉਦਾਹਰਨ ਲੈਂਦੇ ਹਾਂ। ਰਾਕੇਸ਼ ਬਾਰ-ਬਾਰ ਕਹਿਣ ਤੇ ਵੀ ਕੰਮ ਨਹੀਂ ਕਰਦਾ। ਤੁਸੀਂ ਤਾਂ ਇਹੋ ਜਿਹਾ ਕੰਮ ਨਹੀਂ ਕਰਦੇ, ਤੁਸੀਂ ਤਾਂ ਇੱਕ ਵਾਰ ਕਹਿਣ ਤੋਂ ਕਰ ਲੈਂਦੇ ਹੋ। ਤਾਂ ਇੱਕ ਵਾਰ ਉਸ ਦੀ ਮਾਤਰਾ ਤੇ ਜੋ ਵਿਦਿਆਰਥੀ ਵਾਰ-ਵਾਰ ਕਹਿਣ ਤੋਂ ਨਹੀਂ ਕਰਦੇ ਉਹਨਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਵਾਰ-ਵਾਰ ਕਹਿਣ ਤੇ, ਯਾਨੀ ਕਿ ਕਿਰਿਆ ਦੇ ਹੋਣ ਦੀ ਸੰਖਿਆ। ਵਾਰ-ਵਾਰ ਕਿਹਾ ਗਿਆ ਉਸਨੂੰ ਪਰ ਉਸਨੇ ਕੰਮ ਨਹੀਂ ਕੀਤਾ। ਤਾਂ ਵਾਰ-ਵਾਰ ਸ਼ਬਦ ਇੱਥੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆਇਆ ਹੈ। ਅਧਿਆਪਕ ਨੇ ਗੋਪਾਲ ਨੂੰ ਕਈ ਵਾਰ ਸਮਝਾਇਆ। ਕਈ ਵਾਰ, ਇੱਕ ਵਾਰ ਨਹੀਂ ਸਮਝਿਆ ਉਹ, ਉਸਨੂੰ ਕਈ ਵਾਰ ਸਮਝਾਉਣਾ ਪਿਆ। ਸਮਝਾਉਣਾ ਕਿਰਿਆ ਤੇ ਉਸ ਦੀ ਵਿਸ਼ੇਸ਼ਤਾ ਕਈ ਵਾਰ, ਇਹ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਅਗਲਾ ਭੇਦ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਨਿਰਣਾ ਤੋਂ ਭਾਵ ਹੈ ਨਿਰਣੈ, ਡਿਸੀਜਨ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਨਿਰਣਾ। ਕਿਸੇ ਕਿਰਿਆ ਦੇ ਹੋਣ ਦਾ ਨਿਰਣਾ। ਉਹ ਨਿਰਣਾ ਕੀ ਹੋ ਸਕਦਾ ਹੈ? ਹਾਂ ਜਾਂ ਨਹੀਂ। ਇਹਨਾਂ ਦੋਨਾਂ ਸ਼ਬਦਾਂ ਦੇ ਬਾਰੇ ਕਿ ਉਹ ਕਿਰਿਆ ਹੋਊਗੀ ਜਾਂ ਨਹੀਂ ਹੋਊਗੀ, ਹੋ ਚੁੱਕੀ ਹੈ ਜਾਂ ਨਹੀਂ ਹੋਈ, ਉਸ ਦੇ ਆਧਾਰ ਤੇ ਨਿਰਣੈ ਬਣਾਇਆ ਜਾਂਦਾ ਹੈ। ਤੇ ਜਦੋਂ ਇਹ ਸ਼ਬਦ ਆਉਂਦੇ ਹਨ, ਜੀ ਹਾਂ, ਆਹੋ ਜੀ, ਚੰਗਾ ਜੀ, ਨਹੀਂ ਜੀ, ਇਹ ਹੁੰਦੇ ਹਨ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਤੁਸੀਂ ਕਹਿੰਦੇ ਹੋ, ਗੁਰੂ ਜੀ ਤੁਹਾਨੂੰ ਕਹਿ ਦਿੰਦੇ ਆ ਕਿ ਇਹ ਕੰਮ ਤੁਸੀਂ ਕਰਨਾ ਹੈ, ਤੁਸੀਂ ਕਹਿੰਦੇ ਹੋ ਚੰਗਾ ਜੀ, ਅਸੀਂ ਕਰ ਲਵਾਂਗੇ।
ਕੋਈ ਕੰਮ ਇਹੋ ਜਿਹੇ ਹੁੰਦੇ ਹਨ ਕਿ ਉਹ ਨਹੀਂ ਕਰਨ ਵਾਲੇ ਹੁੰਦੇ ਹਨ, ਭਾਵ ਤੁਹਾਨੂੰ ਨਿਸ਼ੇਧ ਕੀਤਾ ਜਾਂਦਾ ਹੈ, ਰੋਕਿਆ ਜਾਂਦਾ ਹੈ, ਤਾਂ ਉਦੋਂ ਤੁਸੀਂ ਕਹਿੰਦੇ ਹੋ ਕਿ ਨਹੀਂ ਕਰਾਂਗੇ। ਨਹੀਂ ਜੀ, ਉਹ ਹੁੰਦੇ ਹਨ ਨਿਰਣਾ ਦੇਣ ਵਾਲੇ ਸ਼ਬਦ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਉਦਾਹਰਨ ਦੇ ਤੌਰ ਤੇ, ਹਾਂਜੀ ਮੈਂ ਮਿਹਨਤ ਕਰੂੰਗਾ। ਤੁਹਾਡਾ ਟੈਸਟ ਹੋਇਆ ਤੇ ਗੁਰੂ ਜੀ ਨੇ ਤੁਹਾਨੂੰ ਕਿਹਾ ਕਿ ਤੁਹਾਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ, ਤੁਸੀਂ ਉੱਤਰ ਦਿੰਦੇ ਹੋ ਹਾਂਜੀ ਮੈਂ ਮਿਹਨਤ ਕਰੂੰਗਾ, ਤਾਂ ਉਦੋਂ ਤੁਸੀਂ ਆਪਣਾ ਨਿਰਣੈ ਦੇ ਰਹੇ ਹੋ ਕਿ ਹਾਂਜੀ ਮੈਂ ਮਿਹਨਤ ਕਰੂੰਗਾ। ਫਿਰ ਤੁਸੀਂ ਸ਼ਰਾਰਤਾਂ ਕਰਦੇ ਹੋਏ ਫੜੇ ਗਏ ਤੇ ਤੁਸੀਂ ਸਜ਼ਾ ਤੋਂ ਬਚਣ ਦੇ ਲਈ ਕੀ ਕਿਹਾ? ਨਹੀਂ ਜੀ ਮੈਂ ਸ਼ਰਾਰਤਾਂ ਨਹੀਂ ਕਰੂੰਗਾ। ਤੁਸੀਂ ਉਸ ਗੱਲ ਨੂੰ ਨਕਾਰ ਰਹੇ ਹੋ ਕਿ ਅੱਗੇ ਤੋਂ ਇਹ ਕੰਮ ਮੈਂ ਨਹੀਂ ਕਰੂੰਗਾ। ਹਾਂ ਜਾਂ ਨਹੀਂ ਦੇ ਵਿੱਚ ਨਿਰਣੈ ਦੇਣਾ, ਇਹ ਹੁੰਦੇ ਹਨ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਤੇ ਅਗਲਾ ਭੇਦ ਹੈ ਜੋ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਹੈ। ਨਿਸ਼ਚੈ ਤੋਂ ਭਾਵ ਕਿਸੇ ਕਿਰਿਆ ਦੇ ਬਾਰੇ ਨਿਸ਼ਚੈ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਕਰਨੇ। ਜਿਵੇਂ ਕੋਈ ਆਪਾਂ ਨੂੰ ਕਹਿ ਦਿੰਦਾ ਹੈ ਕਿ ਤੂੰ ਆ ਜਾਏਗਾ, ਅਸੀਂ ਕਹਿੰਦੇ ਹਾਂ ਆ ਜਾਾਂਗੇ, ਇਹ ਤਾਂ ਹੋ ਗਿਆ ਨਿਰਣਾ ਹਾਂ। ਪਰ ਜਦੋਂ ਉਹ ਕਹਿੰਦਾ ਹੈ ਕਿ ਪੱਕਾ ਆ ਜਾਏਗਾ, ਮਤਲਬ ਉਹ ਆਪਣੇ ਤੋਂ ਤਾਕੀਦ ਕਰ ਰਿਹਾ ਹੈ, ਆਪਣਾ ਵਿਸ਼ਵਾਸ ਪ੍ਰਗਟ ਕਰਵਾਉਣਾ ਚਾਹੁੰਦਾ ਉਹ ਕਿ ਪੱਕਾ ਯਕੀਨੀ ਤੌਰ ਤੇ ਉਸ ਦਾ ਹੋਣਾ ਲਾਜ਼ਮੀ ਹੈ। ਤੇ ਜਿਹੜੇ ਇਹੋ ਜਿਹੇ ਸ਼ਬਦ ਹੁੰਦੇ ਹਨ ਉਹ ਨਿਸ਼ਚੈਵਾਚਕ ਹੁੰਦੇ ਹਨ, ਕਿਸੇ ਕਿਰਿਆ ਦੇ ਹੋਣ ਦਾ ਨਿਸ਼ਚਾ ਕਰਵਾਉਣ ਵਾਲੇ ਸ਼ਬਦ। ਉਹਦੇ ਵਿੱਚ ਸ਼ਬਦ ਆਉਂਦੇ ਹਨ ਬਿਲਕੁਲ, ਜ਼ਰੂਰ, ਇਹੋ ਜਿਹੇ ਸ਼ਬਦ ਹੁੰਦੇ ਹਨ ਜੋ ਉਹ ਸਾਨੂੰ ਨਿਸ਼ਚੈ ਕਰਾਉਂਦੇ ਹਨ, ਤੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਉਦਾਹਰਨ ਹੈ, ਮੈਂ ਕੱਲ ਜ਼ਰੂਰ ਸਕੂਲ ਆਊਂਗਾ, ਮਤਲਬ ਪੱਕਾ। ਇਹ ਸ਼ਬਦ ਹੈ ਜੋ ਜ਼ਰੂਰ ਇਹ ਦੱਸ ਰਿਹਾ ਹੈ ਕਿ ਇਸ ਕਿਰਿਆ ਦੇ ਜੋ ਸਕੂਲ ਆਉਣ ਦੀ ਹੈ ਉਹ ਪੱਕੇ ਤੌਰ ਤੇ ਹੋਊਗੀ, ਜ਼ਰੂਰ ਹੋਊਗੀ। ਹੋਰ ਸ਼ਬਦ ਹੈ ਮੈਂ ਬਿਲਕੁਲ ਪੜੂੰਗਾ, ਭਾਵ ਉਸ ਦੇ ਵਿੱਚ ਲਾਪਰਵਾਹੀ ਨਹੀਂ ਕਰੂੰਗਾ। ਪੜੂੰਗਾ ਕਿਰਿਆ ਤੇ ਬਿਲਕੁਲ ਉਸ ਦੇ ਹੋਣ ਦਾ ਨਿਸ਼ਚਾ। ਅਗਲਾ ਉਦਾਹਰਨ ਹੈ ਬੇਸ਼ੱਕ ਉਹ ਪੜ੍ਹਨ ਲੱਗ ਪਿਆ ਹੈ, ਬਿਨਾਂ ਸ਼ੱਕ ਤੋਂ ਕਿ ਉਸ ਦੇ ਵਿੱਚ ਹੁਣ ਕੋਈ ਸ਼ੱਕ ਨਹੀਂ ਰਿਹਾ। ਬੇਸ਼ੱਕ ਸ਼ਬਦ ਹੈ ਜੋ ਸਾਨੂੰ ਨਿਸ਼ਚੈ ਕਰਵਾ ਰਿਹਾ ਹੈ ਕਿ ਇਹ ਹੁਣ ਉਹ ਪੜ੍ਹਨ ਲੱਗ ਗਿਆ ਹੈ। ਤਾਂ ਇਹ ਸਾਡੇ 8 ਭੇਦ ਹੋ ਚੁੱਕੇ ਹਨ। ਅਸੀਂ ਇਕੱਲੇ ਭੇਦ ਦੇ ਬਾਰੇ ਜਾਣ ਲਿਆ ਹੈ। ਹੁਣ ਅਸੀਂ ਕਰਾਂਗੇ ਕੁਝ ਅਭਿਆਸ, ਤੇ ਅਸੀਂ ਉਹਨਾਂ ਦੀ ਕਿਸਮ ਛਾਂਟ ਕੇ ਲਿਖਣੀ ਹੈ ਕਿ ਉਹ ਕਿਹੜੇ ਭੇਦ ਦੇ ਨਾਲ ਸੰਬੰਧਿਤ ਹਨ। ਤਾਂ ਸਾਡੇ ਕੋਲ ਪਹਿਲਾ ਸ਼ਬਦ ਹੈ ਦਿਨੋ ਦਿਨ। ਦਿਨ ਤਾਂ ਸੰਬੰਧਿਤ ਹੁੰਦਾ ਹੈ ਜੀ ਸਮੇਂ ਦੇ ਨਾਲ, ਤੇ ਸਮਾਂ ਸੂਚਕ ਇਹ ਪ੍ਰਕਾਰ ਹੋ ਗਿਆ, ਇਸ ਦਾ ਕਾਲਵਾਚਕ ਹੋ ਗਿਆ ਇਸ ਦਾ ਪ੍ਰਕਾਰ। ਵਾਚਕ ਕਹਿ ਦਿਓ, ਸੂਚਕ ਕਹਿ ਦਿਓ, ਇੱਕੋ ਹੀ ਗੱਲ ਹੈ, ਦੋਵੇਂ ਹੀ ਸ਼ਬਦ ਸਹੀ ਹਨ। ਇਸ ਤਰ੍ਹਾਂ ਜਿਹੜਾ ਸ਼ਬਦ ਹੈ ਉਹ ਕਿਰਿਆ ਨੂੰ ਕਰਨ ਦਾ ਢੰਗ ਦੱਸਦਾ ਹੈ, ਤਰੀਕਾ ਦੱਸਦਾ ਹੈ, ਤਾਂ ਇਹ ਹੋ ਗਿਆ ਪ੍ਰਕਾਰਵਾਚਕ। ਅਗਲਾ ਸ਼ਬਦ ਹੈ ਸਾਡੇ ਕੋਲੇ ਵਾਰ-ਵਾਰ, ਯਾਨੀ ਕਿ ਵਾਰ-ਵਾਰ ਦਾ ਭਾਵ ਹੈ ਕਿਸੇ ਕਿਰਿਆ ਦੇ ਹੋਣ ਦਾ ਦੁਹਰਾ, ਤਾਂ ਇਹ ਹੋ ਗਿਆ ਸੰਖਿਆਵਾਚਕ। ਹੋਰ ਸ਼ਬਦ ਹੈ ਸਾਡੇ ਕੋਲੇ ਅੱਛਾ ਜੀ। ਅੱਛਾ ਜੀ ਤੋਂ ਭਾਵ ਜਦੋਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਕੰਮ ਕਰਨਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਅੱਛਾ ਜੀ, ਭਾਵ ਅਸੀਂ ਕਹਤਾ ਕਿ ਹਾਂਜੀ ਅਸੀਂ ਇਹ ਕਰ ਲਵਾਂਗੇ, ਭਾਵ ਸਾਡਾ ਉਹ ਨਿਰਣਾ ਹੋ ਗਿਆ। ਤਾਂ ਇਹ ਹੋ ਗਿਆ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਸਾਡੇ ਕੋਲੇ ਹੋਰ ਸ਼ਬਦ ਹੈ ਜ਼ਰੂਰ, ਕਿ ਮੈਂ ਇਹ ਕੰਮ ਜ਼ਰੂਰ ਕਰ ਲਵਾਂਗਾ, ਨਿਸ਼ਚੈਵਾਚਕ, ਅਸੀਂ ਉਸ ਦਾ ਨਿਸ਼ਚੈ ਕਰਵਾ ਰਹੇ ਹਾਂ। ਹੋਰ ਸ਼ਬਦ ਹੈ ਸਾਡੇ ਕੋਲੇ ਬਥੇਰਾ, ਕਿ ਉਹ ਬਥੇਰਾ ਬੋਲਦਾ ਹੈ, ਤਾਂ ਮਾਤਰਾ ਦੱਸ ਰਿਹਾ ਹੈ ਉਸਦੀ, ਭਾਵ ਉਹ ਉਸਦਾ ਜਿਹੜਾ ਹੈ ਪਰਿਮਾਣ ਦੱਸ ਰਿਹਾ ਹੈ। ਇਹ ਹੈ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਇਸ ਕਰਕੇ ਕਿ ਇਹ ਕੰਮ ਕਿਉਂ ਨਹੀਂ ਕਰਿਆ, ਮੈਂ ਇਸ ਕਰਕੇ ਨਹੀਂ ਕਰਿਆ, ਆਪਾਂ ਕਾਰਨ ਦੱਸਦੇ ਹਾਂ, ਤਾਂ ਇਹ ਦੱਸ ਰਿਹਾ ਹੈ ਸਾਨੂੰ ਭੇਦ ਕਿਹੜਾ, ਕਾਰਨ ਸੂਚਕ ਜਾਂ ਕਾਰਨ ਵਾਚਕ। ਹੋਰ ਸਾਡੇ ਕੋਲੇ ਉਦਾਹਰਨ ਹੈ ਆਹੋ ਜੀ, ਕਿ ਤੁਸੀਂ ਇਹ ਕੰਮ ਕਰ ਲਿਆ, ਆਹੋ ਜੀ, ਹਾਂਜੀ। ਇਹ ਆਮ ਪੇਂਡੂ ਲੋਕ ਵਰਤਦੇ ਹਨ। ਤਾਂ ਆਹੋ ਜੀ ਸ਼ਬਦ ਵੀ ਕਾਹਦੇ ਥਾਂ ਤੇ ਵਰਤਿਆ ਜਾਂਦਾ ਹੈ, ਜਿਹੜਾ ਅਸੀਂ ਕਹਿੰਦੇ ਹਾਂ ਹਾਂਜੀ, ਉਸੇ ਦੇ ਥਾਂ ਤੇ ਹੀ ਵਰਤਿਆ ਜਾਂਦਾ ਹੈ। ਤਾਂ ਭਾਵ ਇਹ ਕਿਹੜਾ ਹੈ, ਨਿਰਣਾ ਸੁਣਾਇਆ ਜਾ ਰਿਹਾ ਹੈ ਹਾਂਜੀ। ਇਸ ਦਾ ਇਹ ਭੇਦ ਹੋ ਗਿਆ ਨਿਰਣਾ ਸੂਚਕ ਜਾਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਸਾਡੇ ਕੋਲੇ ਕੁਝ ਹੋਰ ਵਾਕ ਹਨ, ਉਹਨਾਂ ਦੇ ਵਿੱਚੋਂ ਅਸੀਂ ਕਿਰਿਆ ਵਿਸ਼ੇਸ਼ਣ ਚੁਣ ਕੇ ਲਿਖਣੇ ਹਨ। ਹੁਣ ਧਿਆਨ ਇਹ ਦੇਣਾ ਹੈ ਕਿ ਪ੍ਰਸ਼ਨ ਸਾਡੇ ਕੋਲ ਕੀ ਹੈ, ਕਿਰਿਆ ਵਿਸ਼ੇਸ਼ਣ ਸ਼ਬਦ ਚੁਣ ਕੇ ਲਿਖਣੇ ਹੈ। ਅਸੀਂ ਇੱਥੇ ਭੇਦ ਨਹੀਂ ਦੱਸਣਾ,
ਭੇਦ ਅਸੀਂ ਜਾਣਾਂਗੇ ਜ਼ਰੂਰ, ਪਰ ਸਾਡੇ ਲਈ ਪ੍ਰਸ਼ਨ ਕੀ ਹੈ? ਕਿਰਿਆ ਵਿਸ਼ੇਸ਼ਣ ਚੁਣ ਕੇ ਸਾਹਮਣੇ ਲਿਖੋ। ਹੁਣ ਕਿਰਿਆ ਵਿਸ਼ੇਸ਼ਣ ਸ਼ਬਦ ਕਿਹੜੇ ਹੈ? ਪਹਿਲਾ ਵਾਕ ਹੈ ਸਾਡੇ ਕੋਲ, ਪਿਤਾ ਜੀ ਹੁਣੇ ਬਾਜ਼ਾਰ ਗਏ ਹਨ। ਗਏ ਹਨ ਕਿਰਿਆ, ਤੇ ਕਿਰਿਆ ਦੀ ਵਿਸ਼ੇਸ਼ਤਾ ਕਾਹਦੇ ਆਧਾਰ ਤੇ ਹੈ? ਸਮੇਂ ਦੇ ਆਧਾਰ ਤੇ, ਹੁਣੇ। ਤਾਂ ਇਸ ਵਾਕ ਦੇ ਵਿੱਚ ਸ਼ਬਦ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ ਕਿਹੜਾ ਆਇਆ ਹੈ? ਹੁਣੇ। ਅਗਲਾ ਵਾਕ ਹੈ ਸਾਡੇ ਕੋਲ, ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ। ਨਹੀਂ ਮਿਲਾਂਗਾ ਭਾਵ ਉਸ ਦੇ ਬਾਰੇ ਨਿਰਣੈ ਸੁਣਾਇਆ ਜਾ ਰਿਹਾ ਹੈ। ਮਿਲਣਾ ਕਿਰਿਆ ਤੇ ਉਸ ਦੇ ਬਾਰੇ ਨਿਰਣੈ ਹੈ ਨਹੀਂ, ਤਾਂ ਸਾਡੇ ਕੋਲੇ ਕਿਰਿਆ ਵਿਸ਼ੇਸ਼ਣ ਕਿਹੜਾ ਹੈ? ਨਹੀਂ। ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹੈ। ਮੈਂ ਗਲਾਸ ਹੌਲੀ ਜਿਹੇ ਰੱਖਿਆ ਸੀ। ਰੱਖਣ ਦੀ ਵਿਧੀ, ਤਰੀਕਾ, ਢੰਗ, ਪ੍ਰਕਾਰ ਦੱਸਿਆ ਜਾ ਰਿਹਾ ਹੈ। ਸਾਡੇ ਕੋਲੇ ਸ਼ਬਦ ਕਿਹੜਾ ਹੈ? ਕਿਰਿਆ ਵਿਸ਼ੇਸ਼ਣ ਹੌਲੀ ਜੀ। ਹੋਰ ਵਾਕ ਪੜ੍ਹਦੇ ਹਾਂ ਅਸੀਂ, ਪੜ੍ਹੋ ਜ਼ਰੂਰ ਬੇਸ਼ੱਕ ਦੁਕਾਨ ਹੀ ਕਰੋ। ਜ਼ਰੂਰ ਤੇ ਬੇਸ਼ੱਕ ਇਸ ਦੇ ਵਿੱਚ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆਏ ਹਨ। ਜ਼ਰੂਰ, ਬੇਸ਼ੱਕ, ਇਹ ਦੋਨੋਂ ਹੀ। ਹਾਂਜੀ ਮੈਂ ਸਮੇਂ ਸਿਰ ਪਹੁੰਚ ਜਾਵਾਂਗਾ। ਨਿਰਣੈ ਸੁਣਾਇਆ ਜਾ ਰਿਹਾ। ਹਾਂਜੀ, ਇਹ ਵੀ ਹੋ ਸਕਦਾ ਹੈ ਕਿ ਨਹੀਂ ਆ ਸਕਦਾ। ਹਾਂਜੀ, ਨਹੀਂ ਜੀ। ਤਾਂ ਇਹ ਸਾਡੇ ਕੋਲ ਕਿਰਿਆ ਵਿਸ਼ੇਸ਼ਣ ਕਿਹੜਾ ਹੈ? ਹਾਂਜੀ। ਤਾਂ ਹੁਣ ਅਸੀਂ ਕਿਰਿਆ ਵਿਸ਼ੇਸ਼ਣ ਦੇ ਭੇਦਾਂ ਦੇ ਬਾਰੇ ਪੜ੍ਹ ਚੁੱਕੇ ਹਾਂ। ਕਿਰਿਆ ਵਿਸ਼ੇਸ਼ਣ ਕਿਵੇਂ ਛਾਂਟਣੇ ਹਨ ਉਸ ਦੇ ਬਾਰੇ ਪੜ੍ਹ ਚੁੱਕੇ ਹਾਂ। ਤਾਂ ਹੁਣ ਤੁਸੀਂ ਕਰਨਾ ਹੈ ਆਪਣੀ ਪਾਠ ਪੁਸਤਕ ਦੇ ਵਿੱਚੋਂ ਅਭਿਆਸ, ਕਿਉਂਕਿ ਕਿਰਿਆ ਸ਼ਬਦ ਉੱਥੇ ਹੈਗੇ ਹਨ ਤੇ ਕਿਰਿਆ ਦੀ ਵਿਸ਼ੇਸ਼ਤਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੱਸੀ ਗਈ ਹੋਊਗੀ। ਤੁਸੀਂ ਆਪਣੀ ਅਭਿਆਸ ਪੁਸਤਿਕਾ ਦੇ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਛਾਂਟ ਕੇ ਲਿਖਣੇ ਹਨ। ਆਪਾਂ ਅਗਲੀ ਜਮਾਤ ਦੇ ਵਿੱਚ ਕੋਈ ਹੋਰ ਬਿੰਦੂ ਪੜ੍ਹਾਂਗੇ। ਉਦੋਂ ਤੱਕ ਲਈ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।